ਅਸੀਂ ਕਿਸਾਨ ਜਿੱਥੇ ਜਾਂਦੇ ਸੀ ਘੇਰ ਲੈਂਦੇ ਸੀ ਬੀਜੇਪੀ ਵਾਲਿਆਂ ਨੂੰ, ਉਹਨਾਂ ਦੇ ਕੱਪੜੇ ਤੱਕ ਜਿਹੜੇ ਪਾੜ ਦਿੱਤੇ ਜਾਂਦੇ ਸੀ। ਪਰ ਤੁਸੀਂ ਕਿਸ ਤਰ੍ਹਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰੋਗੇ, ਕੀ ਕਹਿਣਾ ਚਾਹੋਗੇ? ਭਾਜਪਾ ਵੱਲੋਂ ਬੜੇ ਖਾਸ ਕਰਕੇ ਜਿਹੜੇ ਕਿਸਾਨੀ ਮੁੱਦਿਆਂ ਤੇ ਬੜੀ ਜਿਹੜੀ ਤਿੱਖੜੀਆਂ ਜਿਹੜੀ ਟੱਪਣੀ ਕੀਤੀਆਂ ਗਈਆਂ ਕਿਸਾਨਾਂ ਉੱਤੇ। ਕਦੀ ਇਹਨਾਂ ਨੂੰ ਮਾਓਵਾਦੀ ਕਿਹਾ ਜਾਂਦਾ, ਕਦੀ ਅੱਤਵਾਦੀ ਕਿਹਾ ਜਾਂਦਾ ਸੀ, ਕਦੀ ਕਹਿੰਦੇ ਸੀ ਉਹ ਪਿਕਨਿਕ ਬਣਾਉਣਗੇ ਦਿੱਲੀ। ਇਸ ਤਰ੍ਹਾਂ ਜਿਹੜੀਆਂ ਸ਼ਬਦਵਾਲੀ ਕੀਤੀ ਗਈਆਂ ਸੀ, ਉਦੋਂ ਤੁਸੀਂ ਕਿੱਥੇ 700 ਤੋਂ ਵੱਧ ਸ਼ਹੀਦ ਹੋ ਚੁੱਕੇ ਸੀ ਸਾਡੇ ਜਿਹੜੇ ਕਿਸਾਨ, ਪਰ ਮੋਦੀ ਸਾਹਿਬ ਵੱਲੋਂ ਇੱਕ ਵੀ ਜਿਹੜਾ ਸ਼ਬਦ ਉਹਨਾਂ ਮੂੰਹੋਂ ਨਾ ਅਫਸੋਸ ਕੀਤਾ ਗਿਆ, ਨਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ। ਸ਼ਰਨ ਪਰੇ ਸੋ ਤਰਿਆ, ਜਿਹੜਾ ਝੁਕ ਕੇ ਆ ਗਿਆ ਉਹਦਾ ਸਤਿਕਾਰ ਕਰ ਕੌਮ ਨੇ ਹਮੇਸ਼ਾ ਕੀਤਾ ਤੇ ਗਾਂਹ ਵੀ ਕਰਨਾ ਵਾ। ਇੱਥੇ ਜਿਹੜਾ ਝੁਕ ਕੇ ਆਇਆ ਉਹਨੂੰ ਗੱਲ ਨਾਲ ਲਾ ਲਿਆ ਜਾਂਦਾ ਵਾ। ਇਦਾਂ ਹੀ ਪੰਜਾਬ ਦਾ ਕਿਸਾਨ ਮੋਦੀ ਸਾਹਿਬ ਨੂੰ ਗੱਲ ਨਾਲ ਲਾਏਗਾ। ਜਦੋਂ 1.5 ਸਾਲ ਹੋ ਗਏ ਆ ਸਾਡੇ ਕਿਸਾਨ ਠੰਡਾਂ ਵਿੱਚ ਮਰਦੇ ਰਹੇ ਆ, ਗਰਮੀਆਂ ਵਿੱਚ ਆਉਂਦੇ ਰਹੇ ਆ, ਉਦੋਂ ਕਿੱਥੇ ਗਏ ਸੀ ਨਰਿੰਦਰ ਮੋਦੀ? ਚੰਗਾ ਕਿਸੇ ਬੰਨੇ ਵੀ ਕੁਝ ਨਹੀਂ ਹੋਇਆ। ਜੇ ਕਿਸੇ ਧੀ ਨਾਲ ਉੱਥੇ ਬਲਾਤਕਾਰ ਹੋਇਆ ਉਹ ਵੀ ਮਾੜਾ ਹੋਇਆ, ਤੇ ਜੇ ਉੱਥੇ ਕਿਸੇ ਗਰੀਬ ਦੀਆਂ ਲੱਤਾਂ ਬਾਹਾਂ ਵੱਢ ਕੇ ਉਹਨੂੰ ਮਾਰ ਦਿੱਤਾ ਗਿਆ ਉਹ ਵੀ ਮਾੜਾ, ਤੇ ਹਰ ਰੂਪ 'ਚ ਹੀ ਮਾੜਾ। ਤੇ ਅਸੀਂ ਤਾਂ ਕਹਿੰਦੇ ਆ ਜਿਹੜੀਆਂ 700 ਮੌਤਾਂ ਹੋਈਆਂ ਉਹ ਮਾੜੀਆਂ ਨੇ। ਉਹ ਐਲਾਨ ਇਹ ਹੋਣੇ ਚਾਹੀਦੇ ਵੀ ਅਸੀਂ ਨੌਕਰੀਆਂ ਮੁਹੱਈਆ ਕਰਾਵਾਂਗੇ, ਰੁਜ਼ਗਾਰ ਮੁਹੱਈਆ ਕਰਾਵਾਂਗੇ। ਕੋਈ 25-25 30 ਹਜ਼ਾਰ ਰੁਪਏ ਆਪਣੇ ਸਿਰੋਂ ਕਮਾਉਣ ਲੋਕ। ਅਸੀਂ ਮੰਗਦੇ ਹਾਂ ਕਿ ਸਾਨੂੰ ਇਹ 1000 ਰੁਪਏ ਦੇ ਲੋਲੀਪੌਪ ਦਿੰਦੇ ਨੇ, ਆ ਜਾਂਦੇ ਮੂੰਹ ਚੁੱਕ ਕੇ ਤੀਜੇ ਥਾਂ ਤੋਂ। ਮੈਨੂੰ ਇੱਕ ਗੱਲ ਦੱਸੋ, ਦਿੱਲੀ ਦੇ ਵਿੱਚ ਪਿਛਲੇ 8-9 ਸਾਲ ਤੋਂ ਉਹ ਮੁੱਖ ਮੰਤਰੀ ਆ, ਉਹ ਦਿੱਲੀ 'ਚ ਮੇਰੇ ਵੀਰਾ ਤੂੰ ਕੀ ਕੀਤਾ? ਇਹ ਰਾਤ ਨੂੰ ਬਹਿੰਦੇ ਆ, ਇੱਕ ਸਲਾਹ ਕਰਦੇ ਆ ਕਿ ਉਹ ਮਿੱਤਰਾ ਤੂੰ ਆ ਕਹੀਂ ਤੇ ਮੈਂ ਤੇਰੀ ਗੱਲ ਕੱਟੂੰਗਾ, ਮੈਂ ਆ ਕਹੂੰਗਾ ਤੂੰ ਮੇਰੀ ਗੱਲ ਕੱਟਦੀ, ਵੀ ਲੋਕਾਂ ਦਾ ਧਿਆਨ ਸਿਰਫ ਸਾਡੇ ਵੱਲ ਰਵੇ। ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਗਰੇਵਾਲ ਸਾਹਿਬ, ਜਿਹਦੇ ਤੇ ਭਾਜਪਾ ਇਲੈਕਸ਼ਨ ਲੜੇਗੀ, ਔਰ 117 ਸੀਟਾਂ ਤੇ ਅਸੀਂ ਪੂਰੇ ਪੱਬਾਂ ਪਾ ਰਹੇ ਹਾਂ ਜੀ। 117 ਦੀਆਂ 117 ਸੀਟਾਂ ਤੇ ਅਸੀਂ ਚੁਣਾਵ ਲੜਨ ਨੂੰ ਤਿਆਰ ਬੈਠੇ ਹਾਂ ਜੀ। 2022 ਦੀ ਇਲੈਕਸ਼ਨ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ, ਤੇ ਹੁਣ ਜਿਹੜੀ ਆ ਬੀਜੇਪੀ ਪਾਰਟੀ ਆਪਣੇ ਜਿਹੜੇ ਚਿਹਰਿਆਂ ਨੂੰ ਜਿਹੜੇ ਮੈਦਾਨ ਵਿੱਚ ਉਤਾਰੂਗੀ ਅਤੇ 2022 ਦੀ ਇਲੈਕਸ਼ਨ ਲੈ ਕੇ ਵੱਡੀ ਜਿਹੜੀ ਆ ਉਹ ਜਿੱਤ ਪ੍ਰਾਪਤ ਕਰੂਗੀ। ਗੱਲਬਾਤ ਕਰਾਂਗੇ, ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਬੀਜੇਪੀ ਦੇ ਆਗੂ ਜਿਹੜੇ ਕਿ ਕਮਰਬੀਰ ਸਿੰਘ ਤੰਜਲ। ਤੰਜਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬੀ ਲੋਕ ਚੈਨਲ 'ਚ। ਕਮਰਬੀਰ ਸਿੰਘ ਮੰਜਲ ਜੀ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਤੁਸੀਂ ਮੌਕਾ ਦਿੱਤਾ ਦਾਸ ਨੂੰ। ਕੀ ਕਹਿਣਾ ਚਾਹੋਗੇ 2022 ਦੀ ਇਲੈਕਸ਼ਨ ਲੈ ਕੇ? ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਸਾਰੀਆਂ ਪਾਰਟੀ ਪੱਬਾਂ ਭਾਰ ਨੇ, ਤੁਹਾਡੀ ਪਾਰਟੀ ਕਿਹੜੇ ਮੁੱਦਿਆਂ ਤੇ ਜਿਹੜੀ ਇਲੈਕਸ਼ਨ ਲੜੂਗੀ 2022 ਦੀ? ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਗਰੇਵਾਲ ਸਾਹਿਬ, ਜਿਹਦੇ ਤੇ ਭਾਜਪਾ ਇਲੈਕਸ਼ਨ ਲੜੇਗੀ, ਔਰ 117 ਸੀਟਾਂ ਤੇ ਅਸੀਂ ਪੂਰੇ ਪੱਬਾਂ ਪਾ ਰਹੇ ਹਾਂ ਜੀ। 117 ਦੀਆਂ 117 ਸੀਟਾਂ ਤੇ ਅਸੀਂ ਚੁਣਾਵ ਲੜਨ ਨੂੰ ਤਿਆਰ ਬੈਠੇ ਹਾਂ ਜੀ। ਪਰ ਕੀ ਕਹਿਣਾ ਚਾਹੋਗੇ ਕਾਂਗਰਸ ਪਾਰਟੀ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਆਏ ਦਿਨ ਜਿਹੜੇ ਨੇ ਲੋਕਾਂ ਨੂੰ ਤੋਹਫੇ ਦੇ ਰਹੇ ਨੇ, ਤੇ ਲੋਕਾਂ ਨੂੰ ਜਿਹੜਾ ਖੁਸ਼ ਕੀਤਾ ਜਾ ਰਿਹਾ, ਕਦੀ ਬੱਤੀ ਜਿਹੜੀ ਆ ਮਾਫ ਕੀਤੀ ਜਾ ਰਹੀ ਆ, ਕਦੀ ਆਟੋ ਵਾਲਿਆਂ ਨੂੰ ਜਿਹੜਾ ਵਾ ਖੁਸ਼ ਕੀਤਾ ਜਾ ਰਿਹਾ ਵਾ, ਤੁਸੀਂ ਕਿਸ ਚੀਜ਼ ਨੂੰ ਦੇਖਦੇ ਹੋ? ਗਰੇਵਾਲ ਸਾਹਿਬ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਚੰਨੀ ਸਾਹਿਬ ਕੋਈ ਇੱਕ ਵੀ ਗੱਲ ਪ੍ਰੈਕਟੀਕਲ ਕਰ ਰਹੇ ਨੇ। ਉਹ ਆਟੋ ਵਾਲਿਆਂ ਨੂੰ ਕਹਿ ਦਿੱਤਾ ਕੋਈ ਪੁਲਿਸ ਵਾਲਾ ਰੋਕੇ ਮੇਰੀ ਬੱਸ ਤੁਸੀਂ ਫੋਟੋ ਵਿਖਾ ਦੇਣੀ, ਇਹ ਗੁੰਡਾਗਰਦੀ ਦੇ ਲਾਇਸੈਂਸ ਹੀ ਵੰਡਣ ਲੱਗਿਆ। ਫਿਰ ਥਾਣੇ ਬੰਦ ਕਰਾ ਦਿਓ ਭਾਈ, ਪੁਲਿਸ ਵਾਲਿਆਂ ਨੂੰ ਘਰੋਂ ਘਰੀ ਬਿਠਾਓ, ਉਹਨਾਂ ਨੂੰ ਕੋਈ ਲੋੜ ਨਹੀਂ ਫਿਰ ਪੁਲਿਸ ਦੀ, ਠੀਕ ਹੈ ਨਾ। ਚੰਨੀ ਸਾਹਿਬ ਦੀ ਫੋਟੋ ਵਿਖਾਈ ਜਾਓ ਤੇ ਜਿੱਥੇ ਮਰਜ਼ੀ ਜਾਈ ਜਾਓ, ਇਹ ਕੋਈ ਤਰੀਕਾ ਨਹੀਂ ਆ। ਮੁੱਖ ਮੰਤਰੀ ਨੇ, ਉਹਨਾਂ ਨੂੰ ਕੋਈ ਸੁਲਝੀਆਂ ਗੱਲਾਂ ਕਰਨੀਆਂ ਚਾਹੀਦੀਆਂ। ਕੱਲ੍ਹ ਹੀ ਇਹਨਾਂ ਨੇ ਇੱਕ ਐਲਾਨ ਕਰਦਾ ਕਿ 100 ਰੁਪਏ ਤੋਂ ਵੱਧ ਕਿਸੇ ਚੈਨਲ ਵਾਲੇ ਨੂੰ ਤੁਸੀਂ ਪੈਸੇ ਨਹੀਂ ਦੇਣੇ। ਉਹ ਮੇਰੇ ਵੀਰ, ਉਹ ਕੋਈ ਅਕਲ ਦੀ ਗੱਲ ਕਰੋ ਤੁਸੀਂ। ਉਹ ਟਰਾਈ ਦੇ ਰੇਟ ਦੇਖ ਲਓ, ਟਰਾਈ ਦੇ ਰੇਟ 130 ਰੁਪਏ ਨੇ, ਉਹਦੇ 'ਤੇ 18% GST ਪੈ ਜਾਂਦੀ ਆ, ਲਗਭਗ 150 ਰੁਪਈਆ ਬਣ ਜਾਂਦਾ। 35,000 ਪਰਿਵਾਰ ਇਸ ਕੇਬਲ ਦੇ ਮਾਧਿਅਮ ਦੇ ਨਾਲ ਜੁੜੇ ਹੋਏ ਨੇ, ਰੋਜ਼ਗਾਰ ਦੇ ਨਾਲ ਜੁੜੇ ਹੋਏ ਨੇ। ਉਹ ਮਾਫੀ ਦੇਣਾ, ਮੈਂ ਹੀ ਕਿਸੇ ਕੇਬਲ ਆਪਰੇਟਰ ਕੋਲ ਕੰਮ ਕਰਦਾ, ਮੈਂ ਕਿਸੇ ਕੋਲ ਪੈਸੇ ਮੰਗਣ ਜਾਵਾਂ 270 ਜਾਂ 300 ਰੁਪਈਏ ਮੰਗਣ ਜਾਵਾਂ, ਤੇ ਅਗਲਾ ਮੈਨੂੰ ਪੈ ਜਾਵੇ ਜੀ CM ਸਾਹਿਬ ਦੇ ਆਦੇਸ਼ ਨੇ ਕਿ 100 ਰੁਪਏ ਤੋਂ ਵੱਧ ਦੇਣਾ ਨਹੀਂ। ਉਹਨਾਂ ਦੇ ਵੀ ਖਰਚੇ ਪੈਂਦੇ ਨੇ, ਟੈਕਨੀਸ਼ੀਅਨ ਰੱਖੇ ਨੇ, ਉਹਨਾਂ ਨੇ ਲੇਬਰਾਂ ਰੱਖੀਆਂ, ਉਹ ਤਾਰਾਂ ਪਾਉਂਦੇ ਨੇ, ਕਈ ਪ੍ਰਕਾਰ ਦੇ ਉਹਨਾਂ ਦੇ ਮਸਲੇ ਨੇ। ਹੁਣ ਅਸੀਂ ਲੋਕਾਂ ਦੇ ਕਾਰੋਬਾਰਾਂ 'ਚ ਮੁੱਖ ਮੰਤਰੀ ਸਾਹਿਬ ਵੜ ਜਾ ਕਰਨਗੇ ਵੀ ਮੈਂ ਆਹ ਕੰਮ ਕਹਿ ਦਿੱਤਾ ਤੇ ਵੈਸੇ ਗੁੰਡਾਗਰਦੀ ਹੈ ਕੋਈ, ਇਹ ਕੋਈ ਤਰੀਕਾ ਨਹੀਂ। ਮੁੱਖ ਮੰਤਰੀ ਦੀ ਸ਼ਬਦਾਵਲੀ ਇਦਾਂ ਦੀ ਕਦੀ ਨਹੀਂ ਹੁੰਦੀ ਜੀ ਜਿੱਦਾਂ ਦੀ ਉਹ ਵਰਤ ਰਹੇ ਨੇ। ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਲੁਧਿਆਣੇ ਵਿੱਚ ਕੇਬਲ ਆਪਰੇਟਰਾਂ ਵਾਸਤੇ ਜਿਹੜੀ ਗੱਲ ਕੀਤੀ ਗਈ ਹੈ ਚੰਨੀ ਸਿੰਘ ਚੰਨੀ ਵੱਲੋਂ ਵੀ 100 ਰੁਪਏ ਰੇਟ ਰੱਖਿਆ ਜਾਂਦਾ, ਉੱਥੇ ਜਿਹੜੇ ਕਿ ਨਵਜੋਤ ਸਿੱਧੂ ਨੇ ਉਹ 130 ਰੁਪਏ ਕਹਿ ਰਹੇ ਨੇ ਜਿਹੜੇ ਟਰਾਈਵੇ ਨੇ, ਤੁਸੀਂ ਕਿੱਦਾਂ ਦੇਖਦੇ ਹੋ ਚੀਜ਼ਾਂ ਨੂੰ? ਗਰੇਵਾਲ ਸਾਹਿਬ, ਇਹ ਨਾ ਬੰਟੀ ਤੇ ਬਬਲੀ ਦੀ ਜੋੜੀ ਰਲੀ ਹੋਈ ਆ। ਤੁਹਾਨੂੰ ਮੈਂ ਦੱਸਦਾ ਇਹਨਾਂ ਦਾ ਕੰਮ ਕੀ ਆ। ਇਹ ਰਾਤ ਨੂੰ ਬਹਿੰਦੇ ਆ, ਇੱਕ ਸਲਾਹ ਕਰਦੇ ਆ ਕਿ ਉਹ ਮਿੱਤਰਾ ਤੂੰ ਆ ਕਹੀਂ ਤੇ ਮੈਂ ਤੇਰੀ ਗੱਲ ਕੱਟੂੰਗਾ, ਮੈਂ ਆ ਕਹੂੰਗਾ ਤੂੰ ਮੇਰੀ ਗੱਲ ਕੱਟਦੀ, ਵੀ ਲੋਕਾਂ ਦਾ ਧਿਆਨ ਸਿਰਫ ਸਾਡੇ ਵੱਲ ਰਵੇ, ਨਾ ਕਿ ਲੋਕਾਂ ਦਾ ਧਿਆਨ। ਇਹ ਸਿਰਫ ਆਪਣੇ ਵੱਲ ਮੀਡੀਆ ਨੂੰ ਕੇਂਦਰਿਤ ਕਰਨ ਵਾਸਤੇ ਇਹ ਸਾਰੇ ਡਰਾਮੇ ਕਰਦੇ ਆ।
ਇਹ ਬਿਲਕੁਲ ਦੋ ਨੌ ਸਿੱਖੀਆਂ ਦਾ ਦਲ ਰਲ ਕੇ ਤੇ ਪੰਜਾਬ ਨੂੰ ਮੂਰਖ ਬਣਾਉਣ ਤੁਰਿਆ ਹੈ ਜੀ। ਪਰ ਚੰਨੀ ਸਾਹਿਬ ਕਹਿੰਦੇ ਵੀ ਆਮ ਲੋਕਾਂ ਦੀ ਸਰਕਾਰ ਆ, ਜਿਹੜੀ ਕਿ ਕਾਂਗਰਸ ਸਰਕਾਰ ਆ, ਹਰ ਕਿਸੇ ਦੀ ਜਿਹੜੀਆਂ ਲੋਕਾਂ ਦੀ ਲੋੜਵਾਂ ਪੂਰੀਆਂ ਕੀਤੀ ਜਾਣਗੀਆਂ। ਉੱਥੇ ਨਾਲ ਹੀ ਜਿਵੇਂ ਚੰਨੀ ਕਹਿੰਦੇ ਨੇ ਵੀ ਮੈਂ ਜਿਹੜੇ ਬਹੁਤ ਗਰੀਬੀ ਦਿਨ ਵੇਖੇ ਨੇ ਆਮ ਲੋਕਾਂ ਵਾਂਗੂ, ਮੈਂ ਵੀ ਜਿਹੜਾ ਉੱਠ ਕੇ ਜਿਹੜਾ CM ਬਣਿਆ ਵਾ, ਮੈਂ ਕਹਿੰਦੇ ਟੈਂਟ ਵੀ ਲਾਏ ਨੇ, ਕਹਿੰਦੇ ਵੀ ਮੈਂ ਹੁਣ ਜਿਵੇਂ ਦੱਸਿਆ ਵੀ ਆਟੋ ਵੀ ਚਲਾਇਆ ਵਾ, ਤੇ ਨਾਲ ਹੀ ਕਹਿੰਦੇ ਮੱਝ ਨੂੰ ਟੀਕਾ ਵੀ ਲਾਇਆ ਤੇ ਮੱਝ ਵੀ ਚੋਈ ਆ। ਤੁਸੀਂ ਕਿੱਦਾਂ ਦੇਖਦੇ ਹੋ ਚੀਜ਼ਾਂ ਨੂੰ? ਤੇ ਸਾਰੇ ਕਿਹੜੀ ਕੋਈ ਰਾਕਟ ਸਾਇੰਸ ਦੀ ਉਹ ਗੱਲ ਕਰਨ ਦੇ ਨੇ? ਇਹ ਤਾਂ ਮੇਰੇ ਹਿਸਾਬ ਨਾਲ ਜਿੰਨੇ ਅਸੀਂ ਪੰਜਾਬੀ ਆ ਸਾਰੇ ਕੰਮ ਅਸੀਂ ਸਾਰਿਆਂ ਨੇ ਕੀਤਾ ਹੀ ਹੋਣਗੇ। ਮਾਫੀ ਦੇਣਾ, ਇਹ ਕੋਈ ਰੋਕਟ ਸਾਇੰਸ ਦੀ ਉਹਨਾਂ ਨੇ ਟੈਕਨੀਕ ਨਹੀਂ ਸਾਨੂੰ ਦੱਸ ਦਿੱਤੀ ਕਿ ਮੈਂ ਮੱਝਾਂ ਚੋਈਆਂ ਜਿਹਦੇ ਘਰ ਮੱਝਾਂ ਉਹ ਚਾਹੁੰਦੇ ਹੀ ਨੇ, ਉਹ ਸਾਰੇ ਹੀ ਚਾਹੁੰਦੇ ਨੇ। ਇਹ ਕਿੱਡੀ ਕੁ ਵੱਡੀ ਗੱਲ ਹੈ ਜੀ। ਇਹ ਸਿਰਫ ਮੈਂ ਤੁਹਾਨੂੰ ਬੇਨਤੀ ਕੀਤੀ ਆ, ਇਹ ਨਵਜੋਤ ਸਿੰਘ ਸਿੱਧੂ ਦਾ ਕਿਤੇ ਝੂਠਾ ਪਾਣੀ ਪੀ ਲਿਆ ਇਹਨਾਂ ਨੇ। ਉਹ ਜਿੱਦਾਂ ਦਾ ਉਹ ਨਾਟਕਬਾਜ਼ ਆ ਉੱਦਾਂ ਦੇ ਇਹਨਾਂ ਨੇ ਨਾਟਕ ਸ਼ੁਰੂ ਕਰ ਦਿੱਤੇ ਨੇ, ਹੋਰ ਕੁਝ ਨਹੀਂ ਹੈਗਾ, ਸਿਰਫ ਡਰਾਮੇ ਨੇ ਜੀ ਇਹਨਾਂ ਦੇ। ਆਮ ਪਾਰਟੀ ਕਿਸ ਤਰ੍ਹਾਂ ਦੇਖਦੇ ਹੋ? ਜਿਹੜੇ ਕੇਜਰੀਵਾਲ ਨੇ ਸੁਪਰੀਮੋ, ਜਦੋਂ ਵੀ ਪੰਜਾਬ ਵਿੱਚ ਆਉਂਦੇ ਨੇ ਕੋਈ ਨਾ ਕੋਈ ਜਿਹੜੀ ਆ ਐਲਾਨ ਕਰ ਜਾਂਦੇ ਨੇ। ਹੁਣ ਵੀ ਜਿਹੜੀ ਆ ਉਹਨਾਂ ਨੇ 1000 ਰੁਪਇਆ ਜਿਹੜਾ ਵਾ ਬੀਬੀਆਂ ਵਾਸਤੇ ਜਿਹੜਾ ਕਰ ਦਿੱਤਾ ਗਿਆ, ਤੀਸਰੀ ਗਰੰਟੀ ਦਿੱਤੀ ਗਈ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ? ਗਰੇਵਾਲ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਆ, ਉਹਦੇ ਵਰਗਾ ਮੈਂ ਮਤਲਬ ਡਰਾਮੇਬਾਜ਼ ਨਟੰਕੀਬਾਜ਼ ਬੰਦਾ ਜੀ ਉਹ ਇੱਕ ਨੰਬਰ ਦਾ। ਮੈਨੂੰ ਇੱਕ ਗੱਲ ਦੱਸੋ, ਦਿੱਲੀ ਦੇ ਵਿੱਚ ਪਿਛਲੇ 8-9 ਸਾਲ ਤੋਂ ਉਹ ਮੁੱਖ ਮੰਤਰੀ ਆ, ਉਹ ਦਿੱਲੀ 'ਚ ਮੇਰੇ ਵੀਰਾ ਤੂੰ ਕੀ ਕੀਤਾ? ਦੇਖੋ ਮੈਂ ਤੁਹਾਨੂੰ ਇੱਕ ਜਾਣਕਾਰੀ 'ਚ ਵਾਧਾ ਕਰਦਾ, ਜਦੋਂ ਉਹ ਦਿੱਲੀ 'ਚ ਬਹਿੰਦਾ ਨਾ, ਦਿੱਲੀ ਦੀ ਹਵਾ ਪ੍ਰਦੂਸ਼ਿਤ ਹੁੰਦੀ ਆ, ਤਾਂ ਉਹ ਕਹਿੰਦਾ ਜੀ ਸੁਪਰੀਮ ਕੋਰਟ ਦੇ ਵਿੱਚ ਇਸ ਬੰਦੇ ਵੱਲੋਂ ਪਟੀਸ਼ਨ ਪਾਈ ਗਈ ਕਿ ਮੈਂ ਪੰਜਾਬ ਦੀਆਂ ਚਿਮਣੀਆਂ ਬੰਦ ਕਰਾ ਦਿਆਂਗਾ ਜਿੰਨੇ ਵੀ ਥਰਮਲ ਪਲਾਂਟ ਚੱਲਦੇ ਨੇ। ਪੰਜਾਬ 'ਚ ਆਉਂਦਾ ਤੇ ਭਾਸ਼ਾ ਕੁਝ ਹੋਰ ਹੁੰਦੀ ਆ, ਦਿੱਲੀ 'ਚ ਜਾਂਦਾ ਤੇ ਪੰਜਾਬ 'ਤੇ ਇਲਜ਼ਾਮ ਲਾਉਂਦਾ। ਉਹ ਤੇ ਇੱਕ ਝੂਠ ਦੀ ਪੰਡ ਆ। ਮੇਰੀ ਮਾਫੀ ਦੇਣਾ, ਮੈਡੀਕਲ ਸਹੂਲਤਾਂ ਨਾਲ ਦਿੱਲੀ ਦੇ ਵਿੱਚ ਇੰਨੀ ਮਤਲਬ ਕਿ ਚਰਮਰਾਈ ਵਿਵਸਥਾ ਵਾ, ਕਰੋਨਾ ਕਾਲ ਦੇ ਵਿੱਚ ਮਰਦੇ ਲੋਕ ਵੇਖੇ ਗਏ ਆ, ਤੇ ਇਹਨੇ ਸਭ ਤੋਂ ਵੱਧ ਡਿੰਗਾਂ ਮਾਰੀਆਂ ਵੀ ਮੇਰੇ ਦਿੱਲੀ ਵਰਗਾ ਕਿਸੇ ਮੈਡੀਕਲ ਸਹੂਲਤਾਂ ਨਹੀਂ ਹੈਗੀਆਂ, ਤੇ ਕੋਈ ਸਹੂਲਤ ਨਹੀਂ ਲੋਕਾਂ ਨੂੰ ਲੱਭੀ ਉੱਥੇ। ਠੀਕ ਆ, ਅੱਜ ਦਿੱਲੀ ਦਾ ਪਾਣੀ ਇੰਨਾ ਕੁ ਪ੍ਰਦੂਸ਼ਿਤ ਕਰ ਦਿੱਤਾ ਗਿਆ ਵਾ ਕਿ ਲੋਕ ਪਾਣੀ ਪੀਣ ਤੋਂ ਵਾਂਝੇ ਹੋਏ ਪਏ ਨੇ, ਤੇ ਇਹ ਅੱਜ ਕਿ ਪੰਜਾਬ ਜਾਣਗੇ ਡਿੰਗਾਂ ਮਾਰਨ। ਨੌਨ ਪ੍ਰੈਕਟੀਕਲ ਜਿਹੜੇ 1000 ਰੁਪਏ ਸਾਡੀਆਂ ਭੈਣਾਂ ਨੂੰ ਇਹ ਦੇਣ ਦੀ ਗੱਲ ਕਰਦਾ, ਮੈਂ ਇੱਥੇ ਤੁਹਾਡੇ ਚੈਨਲ ਦੇ ਮਾਧਿਅਮ ਬੇਨਤੀ ਕਰਨੀ ਚਾਹਾਂਗਾ, ਉਹ ਐਲਾਨ ਇਹ ਹੋਣੇ ਚਾਹੀਦੇ ਵੀ ਅਸੀਂ ਨੌਕਰੀਆਂ ਮੁਹੱਈਆ ਕਰਾਵਾਂਗੇ, ਰੁਜ਼ਗਾਰ ਮੁਹੱਈਆ ਕਰਾਵਾਂਗੇ। ਕੋਈ 25-25 30-30 ਹਜ਼ਾਰ ਰੁਪਏ ਆਪਣੇ ਸਿਰੋਂ ਕਮਾਉਣ ਲੋਕ। ਅਸੀਂ ਮੰਗਦੇ ਹਾਂ ਕਿ ਸਾਨੂੰ ਇਹ 1000 ਰੁਪਏ ਦੇ ਲੋਲੀਪੌਪ ਦਿੰਦੇ ਨੇ, ਆ ਜਾਂਦੇ ਮੂੰਹ ਚੁੱਕ ਕੇ ਤੀਜੇ ਥਾਂ ਤੋਂ। ਕੋਈ ਮਤਲਬ ਨਹੀਂ ਇਹਨਾਂ ਲੋਕਾਂ ਦਾ। ਪੰਜਾਬੀ ਕੌਮ ਅਣਖੀ ਕੌਮ ਆ, ਅਸੀਂ ਲੋਕ ਮੰਗਦੇ ਨਹੀਂ ਕੋਈ ਸਾਨੂੰ ਇਹੋ ਜਾਣ ਕੇ ਦਾਨ ਦਕਸ਼ਣਾ ਦੀਆਂ ਗੱਲਾਂ ਨਾ ਕਰੇ ਸਾਡੇ ਨਾਲ ਆਣ ਕੇ। ਅਸੀਂ ਆਪ ਕਮਾਉਣਾ ਜਾਣਦੇ ਹਾਂ, ਹੱਥੀਂ ਮਿਹਨਤ ਕਰਨਾ ਜਾਣਦੇ ਹਾਂ। ਸਾਨੂੰ ਸਿਰਫ ਤੇ ਸਿਰਫ ਸਰਕਾਰ ਇੱਕ ਕੰਮ ਕਰੇ, ਸਾਡੇ ਲਈ ਮੌਕੇ ਮੁਹੱਈਆ ਕਰਵਾਵੇ। ਜਦੋਂ ਸਾਨੂੰ ਮੌਕੇ ਮਿਲਣਗੇ, ਅਸੀਂ 10 ਨੌਂ ਦੀ ਕਿਰਤ ਕਰਕੇ ਬਾਬੇ ਨਾਨਕ ਦੇ ਵੰਸ਼ਕ ਹਾਂ ਅਸੀਂ, ਤੇ ਸਾਨੂੰ ਇਹ ਸਿੱਖਿਆ ਮਿਲੀ ਹੋਈ ਆ ਕਿ 10 ਨੌਂ ਦੀ ਕਿਰਤ ਕਰੋ ਤੇ ਵੰਡ ਛਕੋ। ਅਸੀਂ ਵੰਡ ਕੇ ਖਾਣ ਵਾਲੇ, ਦਾਨ ਦੇਣ ਵਾਲੇ ਲੋਕ ਆ। ਸਾਨੂੰ ਮੰਗਤੇ ਨਾ ਬਣਾਉਣ। ਇਹ ਜਿਹੜੇ ਵੀ ਲੋਕ ਮੂੰਹ ਉੱਠਦਾ ਕੋਈ ਕਹਿੰਦਾ ਮੈਂ ਆਹ ਫਰੀ ਦੇ ਦੂੰ, ਮੈਂ ਉਹ ਫਰੀ ਦੇ ਦੂੰ, ਅਸੀਂ ਕੋ ਮੰਗਦੇ ਆ? ਅਸੀਂ ਖਰੀਦ ਕੇ ਖਾਣਾ ਜਾਣਦੇ ਹਾਂ। ਸਿਰਫ ਸਾਨੂੰ ਖਰੀਦਣ ਯੋਗ ਬਣਾਓ ਯਾਰ, ਸਾਡੇ ਲਈ ਮੌਕੇ ਮੁਹੱਈਆ ਕਰਵਾਓ ਕਿ ਅਸੀਂ ਨੌਕਰੀਆਂ ਕਰ ਸਕੀਏ, ਆਪਣੇ ਕਾਰੋਬਾਰ ਕਰ ਸਕੀਏ। ਇਦਾਂ ਦਾ ਮਾਹੌਲ ਪੈਦਾ ਹੋਣਾ ਚਾਹੀਦਾ। ਇਹ ਨੌਨ ਪ੍ਰੈਕਟੀਕਲ ਗੱਲਾਂ ਨੇ ਸਾਰੀਆਂ। ਸੰਜੇ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਜਿਹੜਾ ਬਿਆਨਬਾਜ਼ੀ ਕੀਤੀ ਜਾ ਰਹੀ ਆ ਵੀ ਪੰਜਾਬ ਵਿੱਚ ਜਿਹੜੀ ਅਫੀਮ ਦੀ ਖੇਤੀ ਜਿਹੜੀ ਹੋਣੀ ਚਾਹੀਦੀ ਆ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਗਰੇਵਾਲ ਸਾਹਿਬ, ਮੇਰੀ ਸਤਿਕਾਰਯੋਗ ਭੈਣ ਆ ਮੈਡਮ ਨਵਜੋਤ ਕੌਰ ਸਿੱਧੂ। ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਣੀ ਭੈਣ ਦੇ ਪ੍ਰਤੀ, ਪਰ ਲੇਕਿਨ ਕਿਸੇ ਵੀ ਰਾਜਨੀਤਿਕ ਬੰਦੇ ਦੇ ਮੂੰਹ ਇਹੋ ਜਿਹੀ ਸ਼ਬਦਾਵਲੀ ਚੰਗੀ ਨਹੀਂ ਲੱਗਦੀ ਜਿਹੜੇ ਵੀ ਨਸ਼ੇ ਨੂੰ ਬੜਾਵੇ ਵਾਲੀ ਗੱਲ ਹੋਵੇ, ਵੀ ਆਹ ਨਸ਼ਾ ਚੰਗਾ ਤੇ ਆਹ ਮਾੜਾ। ਨਸ਼ਾ ਹਰ ਰੂਪ 'ਚ ਹੀ ਮਾੜਾ, ਕੋਈ ਵੀ ਨਸ਼ਾ ਹੋਵੇ ਨਸ਼ਾ ਮਾੜਾ ਹੀ ਆ। ਤੇ ਜੇ ਕੋਈ ਕਹਿੰਦਾ ਵੀ ਆਹ ਨਸ਼ਾ ਚੰਗਾ ਤੇ ਆਹ ਮਾੜਾ, ਤੇ ਉਹ ਸਿਆਣਪ ਵਾਲੀ ਗੱਲ ਨਹੀਂ। ਉਹ ਤੇ ਡਾਕਟਰ ਹੈ ਮੇਰੀ ਭੈਣ, ਮਾਫੀ ਦੇਣਾ, ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਲੇਕਿਨ ਇਹ ਗਲਤ ਗੱਲ ਹੈ, ਨਹੀਂ ਬੋਲਣੀ ਚਾਹੀਦੀ ਉਹਨਾਂ ਨੂੰ। ਸੰਜੇ ਸਾਹਿਬ ਨੇ ਦੱਸੋ ਵੀ BJP ਵਾਲਿਆਂ ਨੂੰ ਤੇ ਘਰੋਂ ਜਿਹੜਾ ਨਿਕਲਣਾ ਵਾਸਤੇ ਜਿਹੜਾ ਬੜਾ ਔਖਾ ਹੋ ਗਿਆ ਸੀ। ਕਿਸਾਨ ਜਿੱਥੇ ਜਾਂਦੇ ਸੀ ਘੇਰ ਲੈਂਦੇ ਸੀ BJP ਵਾਲਿਆਂ ਨੂੰ, ਉਹਨਾਂ ਦੇ ਕੱਪੜੇ ਤੱਕ ਜਿਹੜੇ ਪਾੜ ਦਿੱਤੇ ਜਾਂਦੇ ਸੀ। ਫਿਰ ਤੁਸੀਂ ਕਿਸ ਤਰ੍ਹਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰੋਗੇ? ਤੁਹਾਨੂੰ ਡਰ ਨਹੀਂ ਲੱਗਦਾ ਵੀ ਫਿਰ ਤੁਹਾਡੇ ਨਾਲ ਵੀ ਕਿਤੇ BJP ਨਾਲ ਕਿਸਾਨ ਘੇਰਨਗੇ, ਜਾਂ ਤੁਹਾਨੂੰ ਕਿਤੇ ਤੁਹਾਡੇ ਵੀ ਕੱਪੜੇ ਕਿਤੇ ਪਾੜਨ ਦੀ ਜਿਹੜੀ ਨੌਬਤ ਆ ਸਕਦੀ ਹੈ? ਗਰੇਵਾਲ ਸਾਹਿਬ, ਇੱਕ ਮੈਂ ਤੁਹਾਨੂੰ ਬੇਨਤੀ ਕਰਦਿਆਂ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇਹ ਐਲਾਨ ਕੀਤਾ ਕਿ ਮੈਂ ਇਹ ਬਿੱਲ ਵਾਪਸ ਲੈਣਾ। ਉਹਨੂੰ ਨਾ ਇਸ ਗੱਲ ਨੂੰ ਬੜੀ ਗਹਿਰਾਈ ਨਾਲ ਸੋਚਣ ਦੀ, ਸਮਝਣ ਦੀ ਤੇ ਵੇਖਣ ਦੀ ਲੋੜ ਹੈ। ਉਹਨਾਂ ਨੇ ਜਦੋਂ ਐਲਾਨ ਕੀਤਾ, ਉਹਨਾਂ ਨੇ ਮੇਰੀ ਭਾਵਨਾਵਾਂ, ਮੇਰੀ ਨਿੱਜੀ ਰਾਏ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਮਰਪਿਤ ਹੋ ਕੇ ਇਹ ਬਿੱਲ ਵਾਪਸ ਲਏ ਆ। ਉਹ ਕਿਸੇ ਕੋਈ ਸਰਟੀਫਿਕੇਟ ਦੇ ਟੈਨਸ਼ਨ 'ਚ ਜਾਂ ਉਹਦੇ ਪ੍ਰੈਸ਼ਰ ਥੱਲੇ ਨਹੀਂ ਲਏ। ਉਹਨਾਂ ਨੇ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਮਰਪਿਤ ਹੋ ਕੇ ਬਿੱਲ ਵਾਪਸ ਲਏ ਆ। ਦਿਨ ਕਿਹੜਾ ਚੁਣਿਆ ਉਹਨਾਂ ਨੇ? ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ। ਸਾਨੂੰ ਇਹ ਗੱਲਾਂ ਕੁਝ ਸਮਝਣੀਆਂ ਚਾਹੀਦੀਆਂ। ਕੁਝ ਲੋਕ ਇਹਦੇ ਤੇ ਰਾਜਨੀਤੀ ਕਰ ਰਹੇ ਨੇ, ਜਿਨ੍ਹਾਂ ਦਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ
ਜਿਨ੍ਹਾਂ ਨੇ ਇਹਨੂੰ ਬੜੀ ਹੀ ਸਮੀਖਿਆ ਕਰਕੇ ਬੜੇ ਹੀ ਸੁਚੱਜੇ ਤਰੀਕੇ ਦੇ ਨਾਲੇ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ, ਨਾਲੇ ਉਹਨਾਂ ਨੇ ਆਪਣੇ ਸ਼ੰਕੇ ਜ਼ਾਹਰ ਕੀਤੇ ਕਿ ਇਸ ਅੰਦੋਲਨ ਦੀ ਆੜ ਦੇ ਵਿੱਚ ਇਸ ਅੰਦੋਲਨ ਨੂੰ ਹਿੰਦੂ ਸਿੱਖ ਦੀ ਲੜਾਈ ਬਣਾਇਆ ਜਾ ਰਿਹਾ ਸੀਗਾ। ਮੈਂ ਕਹਿੰਦਾ ਮੋਦੀ ਸਾਹਿਬ ਦੀ ਸੂਝ-ਬੂਝ ਦੇ ਸਦਕੇ ਦੇ ਨਾਲ ਅੱਜ ਇੱਕ ਜਿਹੜੀ ਅਰਾਜਕਤਾ ਫੈਲਾਉਣ ਵਾਲੇ ਤੱਤਵ ਨੇ ਉਹਨਾਂ ਦਾ ਮਨਸੂਬਾ ਫੇਲ ਹੋਇਆ। ਤੇ ਬਟ ਜੇ ਕੋਈ ਇਹਦਾ ਸ਼੍ਰੇ ਆਪਣੇ ਤੇ ਲੈਣਾ ਚਾਹੁੰਦਾ ਉਹ ਬਿਲਕੁਲ ਨਹੀਂ। ਪ੍ਰਧਾਨ ਮੰਤਰੀ ਸਾਹਿਬ ਨੇ ਬੜੀ ਨਿਮਰਤਾ ਸਹਿਤ ਇਹ ਗੱਲ ਕਹੀ ਆ ਕਿ ਮੈਂ ਆਪਣੇ ਕਾਨੂੰਨਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ, ਇਸ ਲਈ ਮੈਂ ਖਿਮਾ ਦਾ ਜਾਚਾਂਗਾ, ਮੈਂ ਮਾਫੀ ਮੰਗਦਿਆਂ ਹੋਇਆਂ ਇਹ ਕਾਨੂੰਨ ਵਾਪਸ ਲੈਣਾ ਹਾਂ। ਦੇਖੋ ਸ਼ਰਨ ਪਰੇ ਸੋ ਤਰਿਆ, ਜਿਹੜਾ ਝੁਕ ਕੇ ਆ ਗਿਆ ਉਹਦਾ ਸਤਿਕਾਰ ਕਰ ਕੌਮ ਨੇ ਹਮੇਸ਼ਾ ਕੀਤਾ ਤੇ ਗਾਂਹ ਵੀ ਕਰਨਾ ਵਾ। ਇੱਥੇ ਜਿਹੜਾ ਝੁਕ ਕੇ ਆਇਆ ਉਹਨੂੰ ਗੱਲ ਨਾਲ ਲਾ ਲਿਆ ਜਾਂਦਾ ਵਾ। ਇੱਦਾਂ ਹੀ ਪੰਜਾਬ ਦਾ ਕਿਸਾਨ ਮੋਦੀ ਸਾਹਿਬ ਨੂੰ ਗੱਲ ਨਾਲ ਲਾਏਗਾ। ਕਿਹਾ ਜਾਂਦਾ ਵੀ ਜਦੋਂ ਵੀ ਨਰਿੰਦਰ ਮੋਦੀ ਵੱਲੋਂ ਜੋ ਵੀ ਫੈਸਲਾ ਲਿਆ ਜਾਂਦਾ ਸੀ ਕਦੀ ਵਾਪਸ ਨਹੀਂ ਲਿਆ ਜਾਂਦਾ ਸੀ। ਕੋਈ ਲੱਗਦਾ ਨਹੀਂ ਵੀ ਜਿਹੜਾ ਕਿਸਾਨਾਂ ਵਾਲਾ ਫੈਸਲਾ ਲਿਆ ਵਾ ਇਤਿਹਾਸਿਕ ਫੈਸਲਾ ਹੋਊਗਾ। ਸਰ ਇਹ ਹਿਸਟਰੀ ਲਿਖੀ ਗਈ ਆ ਔਰ ਇਹਦੇ ਵਾਸਤੇ ਸਾਨੂੰ ਸਾਡੀ ਕੌਮ ਨੂੰ ਮਾਣ ਉਹਨਾਂ ਨੇ ਬਖਸ਼ਿਆ ਵਾ ਕਿ ਉਹਨਾਂ ਨੇ ਸਾਡਾ ਸਤਿਕਾਰ ਕੀਤਾ ਵਾ। ਮੈਂ ਨਾ ਆਪਣੇ ਕਈ ਥਾਵਾਂ 'ਤੇ ਇਹ ਗੱਲ ਮੈਂ ਬੜੇ ਫਖਰ ਨਾਲ ਇਹ ਗੱਲ ਕਹਿੰਦਾ ਕਿ ਮੋਦੀ ਸਾਹਿਬ ਸਿੱਖ ਕੌਮ ਦਾ ਬਹੁਤ ਸਤਿਕਾਰ ਕਰਦੇ ਨੇ। 18% ਪਾਪੂਲੇਸ਼ਨ ਇੱਕ ਕੁਨਬੇ ਦੀ ਆ ਹਿੰਦੁਸਤਾਨ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, 2.25% ਅਸੀਂ ਹਾਂ, ਪਰ ਲੇਕਿਨ ਮੋਦੀ ਸਾਹਿਬ ਸਾਡੀ ਦਸਤਾਰ ਵੀ ਆਪਣੇ ਸਿਰ 'ਤੇ ਸਜਾਉਂਦੇ ਨੇ, ਸਾਡਾ ਸਿਰੋਪਾ ਵੀ ਆਪਣੇ ਸਿਰ 'ਤੇ ਬੰਨ੍ਹ ਲੈਂਦੇ ਨੇ ਤੇ ਬਿਨਾਂ ਦੱਸਿਆਂ ਬਿਨਾਂ ਕਿਸੇ ਪ੍ਰੋਟੋਕੋਲ ਦੇ ਗੁਰੂ ਘਰ ਨਤਮਸਤਕ ਵੀ ਹੋਣ ਪੁੱਜ ਜਾਂਦੇ ਨੇ। ਪਰ ਕਦੀ ਦੇਖਿਆ ਜੇ ਕੋਈ ਗੋਲ ਜਿਹੇ ਰੰਗ ਦੀ ਟੋਪੀ ਉਹਨਾਂ ਨੇ ਪਾਈ ਹੋਵੇ? ਕਦੀ ਨਹੀਂ ਪਾਈ। ਤੇ ਸਾਨੂੰ ਵੀ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਸਾਹਿਬ ਕੀ ਕਹਿਣਾ ਚਾਹੋਗੇ? ਭਾਜਪਾ ਵੱਲੋਂ ਬੜੇ ਖਾਸ ਕਰਕੇ ਜਿਹੜੇ ਕਿਸਾਨੀ ਮੁੱਦਿਆਂ 'ਤੇ ਬੜੀ ਜਿਹੜੀ ਤਿੱਖੜੀਆਂ ਜਿਹੜੀ ਟੱਪਣੀ ਕੀਤੀਆਂ ਗਈਆਂ ਕਿਸਾਨਾਂ ਉੱਤੇ, ਕਦੀ ਇਹਨਾਂ ਨੂੰ ਮਾਓਵਾਦੀ ਕਿਹਾ ਜਾਂਦਾ, ਕਦੀ ਅੱਤਵਾਦੀ ਕਿਹਾ ਜਾਂਦਾ ਸੀ, ਕਦੀ ਕਹਿੰਦੇ ਸੀ ਉਹ ਪਿਕਨਿਕ ਮਨਾਉਣਗੇ ਦਿੱਲੀ, ਇਸ ਤਰ੍ਹਾਂ ਜਿਹੜੀਆਂ ਸ਼ਬਦਵਾਲੀ ਕੀਤੀ ਗਈਆਂ ਸੀ। ਉਦੋਂ ਤੁਸੀਂ ਕਿੱਥੇ ਸੀ? ਅੱਜ ਤੁਸੀਂ ਜਿਹੜਾ ਖੁੱਲ੍ਹ ਕੇ ਮੈਦਾਨ 'ਚ ਸਾਹਮਣੇ ਆ ਗਏ ਹੋ। ਅੱਜ ਜਦੋਂ ਕਿ ਬਿੱਲ ਵਾਪਸ ਕਰਨ ਦੀ ਜਿਹੜੀ ਆ ਗੱਲ ਕੀਤੀ ਗਈ ਆ ਮੋਦੀ ਵੱਲੋਂ, ਪਹਿਲਾਂ ਤੁਹਾਡੇ ਵੱਲੋਂ ਕਿਉਂ ਨਹੀਂ ਜਾ ਕੇ ਦਿੱਲੀ ਜਾ ਕੇ ਨਰਿੰਦਰ ਮੋਦੀ ਨੂੰ ਸਮਝਾਇਆ ਗਿਆ ਤੇ ਕਿਹਾ ਗਿਆ ਵੀ ਭਾਈ ਬਿੱਲ ਵਾਪਸ ਕਰ ਲਓ? ਪੰਜਾਬ ਦੇ ਜਿਹੜੇ ਲੀਡਰ ਆ ਖਾਸ ਕੇ ਭਾਜਪਾ ਦੇ, ਉਹਨਾਂ ਕਿਉਂ ਨਹੀਂ ਜਿਹੜੀ ਗੱਲਬਾਤ ਕੀਤੀ? ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਲੀਡਰ ਸੀ, ਉਹਨਾਂ ਵੱਲੋਂ ਜਿਹੜਾ ਵਾ ਬੜਾ ਗਲਤ ਜਿਹੜੀ ਆ ਸ਼ਬਦਵਾਲੀ ਜਿਹੜੀ ਵਰਤੀ ਗਈ ਹੈ ਸਾਡੇ ਕਿਸਾਨਾਂ ਵਾਸਤੇ, ਕਿਉਂ ਨਹੀਂ ਤੁਸੀਂ ਉਦੋਂ ਕਿੱਥੇ? ਗਰੇਵਾਲ ਸਾਹਿਬ ਇਹ ਬਿਲਕੁਲ ਬੇਬੁਨਿਆਦ ਤੁਹਾਡਾ ਬਿਆਨ ਹੈ। ਕੋਈ ਇੱਕ ਵੀ ਸਟੇਟਮੈਂਟ ਦੱਸ ਦਿਓ ਵੀ ਜਿਹਦੇ 'ਚ ਕਿਸਾਨਾਂ ਦੇ ਖਿਲਾਫ ਮੈਂ ਜਾਂ ਸਾਡੇ ਭਾਜਪਾ ਦੇ ਕੋਈ, ਮੈਂ ਦੇਖੋ ਇੱਕ ਦੋ ਬੰਦਿਆਂ ਦੀ ਕਿਸੇ ਨਿੱਜੀ ਰਾਏ ਨੂੰ ਅਸੀਂ ਉਹ ਨਹੀਂ ਬਣਾ ਸਕਦੇ, ਬੇਸ ਨਹੀਂ ਬਣਾ ਸਕਦੇ। ਮੋਦੀ ਸਾਹਿਬ ਨੇ ਕੋਈ ਸਟੇਟਮੈਂਟ ਜਾਰੀ ਕੀਤੀ ਹੋਵੇ? ਮੈਨੂੰ ਇਹ ਦੱਸੋ ਵੀ 700 ਤੋਂ ਵੱਧ ਸ਼ਹੀਦ ਹੋ ਚੁੱਕੇ ਸੀ ਸਾਡੇ ਜਿਹੜੇ ਕਿਸਾਨ, ਪਰ ਮੋਦੀ ਸਾਹਿਬ ਵੱਲੋਂ ਇੱਕ ਵੀ ਜਿਹੜਾ ਸ਼ਬਦ ਉਹਨਾਂ ਮੂੰਹੋਂ ਨਾ ਅਫਸੋਸ ਕੀਤਾ ਗਿਆ, ਨਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ। ਤੁਸੀਂ ਇਹ ਨੋਟ ਕੀਤੀ ਗੱਲ ਕਦੀ ਇਹਨਾਂ ਨੂੰ? ਸਰ ਮੈਂ ਇੱਕ ਬੇਨਤੀ ਤੁਹਾਨੂੰ ਕਰਦੇ ਹਾਂ, ਇੱਕ ਅੰਦੋਲਨ ਚੱਲ ਰਿਹਾ ਸੀਗਾ, 15 ਬੈਠਕਾਂ ਹੋਈਆਂ ਇਸ ਅੰਦੋਲਨ ਦੇ ਦੌਰਾਨ ਜਿਹੜੀਆਂ ਬੇਸਿੱਟਾ ਰਹੀਆਂ। ਇੱਕ ਗੱਲ ਦੇ ਉੱਤੇ ਜਿੱਦ ਫੜੀ ਗਈ ਸੀਗੀ ਕਿ ਸਿਰਫ ਕਾਨੂੰਨ ਵਾਪਸ ਲਏ ਜਾਣ। ਅਖੀਰ ਦੀ ਅਖੀਰ ਉਹ ਜਿੱਦ ਪੁੱਗੀ ਨਾ, ਕਿਹਨੇ ਪਗਾਈ? ਮੋਦੀ ਸਾਹਿਬ ਨੇ ਪਗਾਈ ਨਾ। ਜਿੱਦ ਨਹੀਂ ਕਹਿ ਲਓ ਵੀ ਇਹ ਝੁਕੀ ਆ, ਮੋਦੀ ਸਰਕਾਰ ਝੁਕੀ ਹੈ ਕਿਸਾਨਾਂ ਗਾਰੀ, ਫਿਰ ਜਿਹੜੇ ਝੁਕ ਗਏ, ਫਿਰ ਗੱਲ ਹੋਈ ਆ। ਗਰੇਵਾਲ ਸਾਹਿਬ ਇਹਦੇ 'ਚ ਕੋਈ ਦੋ ਰਾਵਾਂ ਨਹੀਂ। 100% ਜਿਹੜੇ ਤੁਸੀਂ ਅਲਫਾਜ਼ ਵਰਤ ਰਹੇ ਜੇ, ਪਰ ਉਹਦੀ ਵੀ ਨਿਮਰਤਾ ਦੇਖੀ ਆਪਾਂ, ਪ੍ਰਧਾਨ ਮੰਤਰੀ ਆ ਦੇਸ਼ ਦਾ, ਵਰਲਡ ਦਾ। ਪਰ ਨਿਮਰਤਾ ਅੱਜ ਆ ਨਾ, ਨਿਮਰਤਾ ਪਹਿਲੋਂ ਨਹੀਂ ਸੀ। ਜਦੋਂ 1.5 ਸਾਲ ਹੋ ਗਏ ਆ ਸਾਡੇ ਕਿਸਾਨ ਠੰਡਾਂ ਵਿੱਚ ਮਰਦੇ ਰਹੇ ਆ, ਗਰਮੀਆਂ ਵਿੱਚ ਆਉਂਦੇ ਰਹੇ ਆ, ਉਦੋਂ ਕਿੱਥੇ ਗਏ ਸੀ ਨਰਿੰਦਰ ਮੋਦੀ? ਇੱਕ ਵਾਰ ਵੀ ਉਹਨਾਂ ਦੇ ਮੂੰਹੋਂ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ। ਤੇ ਨਾ ਹੀ ਮੈਨੂੰ ਗੱਲ ਕਰੀਏ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਲੀਡਰਾਂ ਦੀ, ਤੁਹਾਡਾ ਲੀਡਰ ਆ ਪੰਜਾਬ ਦਾ ਹਰਜੀਤ ਗਰੇਵਾਲ, ਉਹਦੇ ਵੱਲੋਂ ਬੜੀਆਂ ਮਾੜੀਆਂ ਸ਼ਬਦਾਂ ਵਾਲੀ ਬੋਲੀ ਗਈ ਆ ਕਿਸਾਨਾਂ ਨੂੰ। ਕਦੀ ਕਹਿੰਦਾ ਸੀ ਜਾਓ ਬਿੱਲ ਨਹੀਂ ਰੱਦ ਹੋਣੇ, ਬਿੱਲ ਰੱਦ ਹੋਏ ਕਿ ਨਹੀਂ ਹੋਏ? ਗਰੇਵਾਲ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਦੇਖੋ ਲੜਾਈਆਂ ਚੱਲਦੀਆਂ ਨੇ, ਕਈ ਸਾਲ ਲੜਾਈਆਂ ਚੱਲ ਜਾਂਦੀਆਂ, ਅਖੀਰ ਟੇਬਲਾਂ 'ਤੇ ਗੱਲਾਂ ਮੁੱਕਦੀਆਂ ਨੇ। ਅੱਜ ਗੱਲ ਮੁੱਕੀ ਆ। ਦੇਖੋ ਉਹ ਇੱਕ ਸ਼ਖਸੀਅਤ, ਵਰਲਡ ਦਾ ਸੁਪਰੀਮ ਤਾਕਤਵਰ ਇੱਕ ਪ੍ਰਾਈਮ ਮਿਨਿਸਟਰ ਜਿਹਨੂੰ ਵਰਲਡ 'ਚ ਜਿਹਦਾ ਲੋਹਾ ਮੰਨਿਆ ਜਾਂਦਾ ਵਾ, ਉਸ ਸ਼ਖਸ ਨੇ ਇੱਕ ਕਿੱਡੀ ਨਿਮਰਤਾ ਦੇ ਸਹਿਤ ਇਹ ਗੱਲ ਕਹੀ ਆ ਕਿ ਮੈਂ ਇਸ ਪ੍ਰਕਾਸ਼ ਪਾਵਨ ਪੁਰਬ ਦੇ ਉੱਤੇ ਆਪਣੇ ਦਿਲ ਦੀ ਗਹਿਰਾਈ ਤੋਂ ਖਿਮਾ ਜਾਚਨਾ ਜ਼ਾਹਰ ਕੀਤੀ ਉਹਨਾਂ ਨੇ ਕਿ ਮੈਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕਿਆ। ਨਹੀਂ ਖਿਮਾ ਨਹੀਂ ਕਹਿ ਸਕਦੇ, ਮੇਰੀ ਗੱਲ ਸੁਣੋ, ਇਹ ਕਹਿ ਸਕਦੇ ਪੰਜਾਬੀਆਂ ਗਾੜੀ ਝੁਕਿਆ ਵਾ ਕਿਉਂ? ਪੰਜਾਬੀ ਗਾੜੀ ਝੁਕਿਆ ਵਾ, ਅਸੀਂ ਇਹ ਕਹਿ ਸਕਦੇ ਆ। ਕਿਉਂਕਿ ਗੱਲ ਕੀ ਜਾਂਦੀ ਹੈ ਵੀ ਜਦੋਂ ਵੀ ਪੰਜਾਬੀ ਇਤਿਹਾਸ ਆ, ਮੈਂ ਨਹੀਂ ਕਹਿ ਰਿਹਾ ਇਤਿਹਾਸ ਆ, ਜਦੋਂ ਵੀ ਪੰਜਾਬੀਆਂ ਨੇ ਘੋੜਿਆ ਵਾ ਉਹ ਜਿਹੜਾ ਝੁਕਿਆ ਵਾ, ਉਹਦੀ ਗੱਲ ਹੈ। ਮੈਂ ਤੁਹਾਨੂੰ ਬੇਨਤੀ ਕਰਦਿਆਂ ਇੱਥੇ ਨਾ ਉਹ ਵੀ ਕਾਂਡ ਹੁੰਦੇ ਰਹੇ ਨੇ, ਕਹਿੰਦੇ ਜਦ ਬੜਾ ਬ੍ਰਿਕਸ਼ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਇਹੋ ਜਿਹੇ ਵੀ ਡਾਇਲੌਗ ਇਸੇ ਹੀ ਦੇਸ਼ 'ਚ ਵਰਤੇ ਗਏ ਨੇ ਮੇਰੇ ਵੀਰ ਜੀ। ਇਹ ਕੋਈ ਇਦਾਂ ਦੀ ਹਰਕਤ ਨਹੀਂ ਹੋਈ। ਜੇ ਕੋਈ ਕਿਸਾਨਾਂ ਨੇ ਆਪਣੇ ਅੜੀ ਦਿਖਾਈ ਤੇ ਉਹਨਾਂ ਨੇ ਆਪਣੀ ਨਿਮਰਤਾ ਦਿਖਾਈ ਆ ਬਿੱਲ ਵਾਪਸ ਲੈ ਕੇ। ਆਪਾਂ ਇਹ ਦੋ ਗੱਲਾਂ ਦਾ ਸੁਮੇਲ ਨਾ ਕਰੀਏ। ਸਿੱਖਾਂ ਦੀ ਨਸਲਕੁਸ਼ੀ ਕਰਕੇ, ਹਜ਼ਾਰਾਂ ਸਿੱਖਾਂ ਦੇ ਘਰ ਬਰਬਾਦ ਕਰਕੇ, ਦਰਬਾਰ ਸਾਹਿਬ ਤੇ ਹਮਲੇ ਕਰਨ ਤੋਂ ਬਾਅਦ ਅੱਜ ਤੱਕ ਕਦੀ ਕਿਸੇ ਨੇ ਮਾਫੀ ਨਹੀਂ ਜੇ ਮੰਗੀ।
ਇਹੋ ਜਿਹਾ ਕੁਝ ਨਹੀਂ ਹੋਇਆ ਗਰੇਵਾਲ ਸਾਹਿਬ। ਆਪਾਂ ਗੱਲ ਪਤਾ ਕੀ ਆ, ਤਸਵੀਰ ਦਾ ਸਿਰਫ ਇੱਕ ਪਹਿਲੂ ਵੇਖੀ ਜਾਂਦੇ ਆ। ਪਰ ਨਹੀਂ ਕੀ ਲੱਗਦਾ ਨਹੀਂ ਜਿਹੜਾ ਕਿਸਾਨ ਆ ਅਨਦਾਤਾ ਸੀ, ਮੋਦੀ ਸਰਕਾਰ ਨੇ ਸੜਕਾਂ ਤੇ ਰੁਲਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀ। ਤੁਸੀਂ ਦੇਖਦੇ ਹੋ ਚੰਗੇ ਜਿਹੜੇ ਸਾਡੇ ਕਿਸਾਨ ਸਰਦਾਰ ਸੀ, ਕਿਸ ਤਰ੍ਹਾਂ ਉੱਥੇ ਠੰਡਾਂ 'ਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਕਿਸ ਤਰ੍ਹਾਂ ਜਿਹੜੀਆਂ ਠੰਡ 'ਚ ਬੈਠੀਆਂ ਰਹੀਆਂ ਸੀ। ਮੋਦੀ ਸਾਹਿਬ ਜਾਂ ਭਾਜਪਾ ਲੀਡਰ ਕਦੀ ਗਿਆ ਜਾ ਕੇ ਇੱਥੇ ਬੈਠਾ ਵਾ, ਜਾ ਕੇ ਬੈਠਾ ਹੋਵੇ ਗੱਲ ਕਰੇ ਆ ਕਿਉਂ? ਭਾਜਪਾ ਲੀਡਰ ਤੁਸੀਂ ਵੀ ਭਾਜਪਾ ਲੀਡਰ ਜੇ, ਤੁਸੀਂ ਇਹ ਗੱਲ ਮੁਕਰੋ ਨਾ। ਬੜੇ ਬਿਆਨ ਆਉਂਦੇ ਰਹੇ ਭਾਜਪਾ ਲੀਡਰਾਂ ਦੇ ਵੀ ਉਹ ਉੱਥੇ ਜਾ ਕੇ ਜੀ ਪਿਕਨਿਕ ਬਣਾਉਂਦੇ ਰਹੇ ਆ ਜੀ, ਉਹ ਬੜੀਆਂ ਐਸ਼ ਕਰਦੇ ਰਹੇ ਜੀ, ਉਹ ਫੰਡ ਆਉਂਦਾ ਜੀ ਬਾਹਰੋਂ ਆਉਂਦਾ ਜੀ, ਉਹ ਇਦਾਂ ਦੇ ਆ। ਤੁਸੀਂ ਗੱਲ ਮੰਨਦੇ ਕਿ ਨਹੀਂ ਮੰਨਦੇ? ਅੱਛਾ ਤੁਸੀਂ ਇਹ ਗੱਲ ਕਹਿ ਦਿਓ ਨਹੀਂ ਆਉਂਦਾ। ਅੱਜ ਅਰਬਾਂ ਰੁਪਈਆ ਮਾਫੀ ਦੇਣਾ ਆਉਂਦਾ ਸੀ, ਬਿਲਕੁਲ ਆਉਂਦਾ ਸੀ, ਪਰ ਲੰਗਰ ਵਾਸਤੇ ਆਉਂਦਾ ਸੀ, ਸੇਵਾ ਵਾਸਤੇ ਆਉਂਦਾ ਸੀ, ਇਹ ਵਾਸਤੇ ਆਉਂਦਾ ਸੀ। ਗਰੇਵਾਲ ਸਾਹਿਬ ਮੇਰੀ ਬੇਨਤੀ ਸੁਣ ਲਓ, ਤੁਹਾਡਾ ਹਰ ਸਵਾਲ ਦਾ ਮੈਂ ਜਵਾਬ ਦੇਣਾ ਤੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ। ਮੇਰੀ ਗੱਲ ਸੁਣੋ, ਅਰਬਾਂ ਰੁਪਈਆ ਫੰਡ ਆਇਆ ਉੱਥੇ, 700 ਮੌਤਾਂ ਉੱਥੇ ਕਿਸਾਨਾਂ ਦੀਆਂ ਹੋ ਗਈਆਂ। ਕੀ ਮੈਡੀਕਲ ਸਹੂਲਤਾਂ ਪ੍ਰਾਪਤ ਸੀਗੀਆਂ ਉੱਥੇ? ਕਰੋਨਾ ਕਾਲ ਦਾ ਦੌਰ ਚੱਲ ਰਿਹਾ ਸੀਗਾ, ਕੀ ਉੱਥੇ ਅਸੀਂ ਮਾਪਦੰਡ ਪੂਰੇ ਕਰ ਰਹੇ ਸੀਗੇ? ਨਹੀਂ ਹੀ ਕਰ ਰਹੇ ਮੇਰੇ ਵੀਰ ਜੀ। ਦੇਖੋ ਮੈਂ ਇਸ ਗੱਲ ਤੇ ਅਫਸੋਸ ਜ਼ਾਹਰ ਕਰਦਾ, ਨਹੀਂ ਸੀ ਹੋਣੀਆਂ ਚਾਹੀਦੀਆਂ, ਮੌਤਾਂ ਹੋਈਆਂ ਨੇ। ਦੇਖੋ ਕੋਈ ਵੀ ਐਜੀਟੇਸ਼ਨ ਚੱਲਦਾ ਵਾ ਉਹਦਾ ਕਦੀ ਨਾ ਕਦੀ ਅੰਤ ਹੋਣਾ ਹੁੰਦਾ ਵਾ, ਜਾਂ ਸੁਚਾਰੂ ਹੋਣਾ ਹੁੰਦਾ ਜਾਂ ਗੈਰ ਸੁਚਾਰੂ ਹੋਣਾ ਹੁੰਦਾ। ਆਪਾਂ ਇਸ ਗੱਲ ਦਾ ਸ਼ੁਕਰਾਨਾ ਕਰੀਏ ਕਿ ਸੁਚਾਰੂ ਤਰੀਕੇ ਦੇ ਨਾਲ ਜੋ ਸਾਡੀ ਮੰਗ ਸੀ ਇਨ ਬਿਨ ਪੂਰੀ ਹੋ ਗਈ ਆ। ਹੁਣ ਆਪਾਂ ਉਹ ਕੀ ਕਹਿੰਦੇ ਨੇ ਗੜੇ ਮੁਰਦੇ ਪੁੱਟਣ ਜਾਵਾਂਗੇ ਤੇ ਫਿਰ ਬੜਾ ਕੁਝ ਨਿਕਲਣਾ। ਚੰਗਾ ਕਿਸੇ ਬੰਨੇ ਵੀ ਕੁਝ ਨਹੀਂ ਹੋਇਆ। ਜੇ ਕਿਸੇ ਧੀ ਨਾਲ ਉੱਥੇ ਬਲਾਤਕਾਰ ਹੋਇਆ ਉਹ ਵੀ ਮਾੜਾ ਹੋਇਆ, ਤੇ ਜੇ ਉੱਥੇ ਕਿਸੇ ਗਰੀਬ ਦੀਆਂ ਲੱਤਾਂ ਬਾਹਾਂ ਵੱਢ ਕੇ ਉਹਨੂੰ ਮਾਰ ਦਿੱਤਾ ਗਿਆ ਉਹ ਵੀ ਮਾੜਾ, ਤੇ ਹਰ ਰੂਪ 'ਚ ਹੀ ਮਾੜਾ। ਤੇ ਅਸੀਂ ਤੇ ਕਹਿੰਦੇ ਆ ਜਿਹੜੀਆਂ 700 ਮੌਤਾਂ ਹੋਈਆਂ ਉਹ ਮਾੜੀਆਂ ਨੇ, ਅਸੀਂ ਤਾਂ ਕਹਿੰਦੇ ਨਹੀਂ ਕਿ ਚੰਗਾ ਹੋਇਆ, ਇਹ ਮਾੜੀਆਂ ਨੇ। ਪਰ ਕੀ ਕਹਿਣਾ ਚਾਹੋਗੇ? ਲੱਗਦਾ ਨਹੀਂ ਸੀ ਮੋਦੀ ਸਰਕਾਰ ਨੂੰ ਪਹਿਲਾਂ ਬਣ ਜਾਣਾ ਚਾਹੀਦਾ ਸੀ? 1.5 ਸਾਲ ਹੋ ਗਏ ਸੀ, ਸਾਡੇ ਤੋਂ 750 ਤੋਂ ਵੱਧ ਜਿਹੜੀਆਂ ਸ਼ਹਾਦਤਾਂ ਨਾ ਹੁੰਦੀਆਂ। ਨਾ ਹੀ ਇਹ ਦੱਸੋ ਵੀ ਮੋਦੀ ਸਾਹਿਬ ਨੇ ਕਦੀ ਉਹਨਾਂ ਜਿਹੜੇ ਸ਼ਹੀਦ ਹੋ ਚੁੱਕੇ ਨੇ ਪਰਿਵਾਰਾਂ ਜੀ, ਕਦੀ ਉਹਨਾਂ ਨੂੰ ਕਦੀ ਕੋਈ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਹੋਵੇ, ਉਹਨਾਂ ਨੂੰ ਕਦੀ ਸ਼ਰਧਾਂਜਲੀ ਦੀ, ਕਦੀ ਨਰਮ ਅੱਖਾਂ ਨਾਲ। ਹੁਣ ਜੋ ਕਹਿੰਦੇ ਵੀ ਤੁਸੀਂ ਵੀ ਬੜੇ ਨਰਮ ਅੱਖਾਂ ਨਾਲ ਉਹਨਾਂ ਨੇ ਜਿਹੜਾ ਬਿੱਲ ਵਾਪਸ ਲੈਣ ਦੀ ਗੱਲ ਕੀਤੀ ਆ, ਉਦੋਂ ਕਿਉਂ ਨਾ ਉਹਨੇ ਜਦੋਂ ਮਨ ਕੀ ਬਾਤ ਬੋਲਦੇ ਸੀ ਮੋਦੀ ਸਾਹਿਬ, ਉਹਦੇ ਵਿੱਚ ਇੱਕ ਵਾਰੀ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ ਕਿਸਾਨਾਂ ਦੀ ਵੀ ਸਾਡੇ ਕਿਸਾਨ ਵੀਰ ਨੇ ਉਹ ਠੰਡ 'ਚ ਬੈਠੇ ਨੇ, ਮੈਨੂੰ ਬਹੁਤ ਦੁੱਖ ਆ, ਕਦੀ ਗੱਲ ਕੀਤੀ ਹੈ? ਦੱਸੋ ਮੈਨੂੰ। ਗਰੇਵਾਲ ਸਾਹਿਬ ਮੈਂ ਇੱਕ ਨੁਮਾਇੰਦਾ ਆ ਭਾਰਤੀ ਜਨਤਾ ਪਾਰਟੀ ਦਾ। ਇਹ ਸਵਾਲ ਨਾ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛੋਗੇ, ਤੁਹਾਨੂੰ ਬੜਾ ਸੁਚਾਰੂ ਜਵਾਬ ਦੇਣਗੇ ਇਹਦਾ। ਬਿਲਕੁਲ ਜੀ। ਤੁਸੀਂ ਮੇਰੀ ਗੱਲ ਕਰਾਓ ਪ੍ਰਾਈਮ ਮਿਨਿਸਟਰ ਸਾਹਿਬ ਨਾਲ, ਜਾਂ ਮੈਨੂੰ ਦਿੱਲੀ ਕਰਾਓ ਗੱਲ, ਮੈਂ ਸਵਾਲ ਪੁੱਛੂੰਗਾ ਜੀ। ਇਹ ਪੰਜਾਬੀਆਂ ਨਾਲ ਜਿਹੜਾ ਦੁੱਖ ਆ ਬਹੁਤ ਆ, ਪਰ ਪੰਜਾਬੀ ਜਿੱਥੇ ਹਨੇਰੀ ਲਿਆਉਂਦੇ ਨੇ ਡਟਦੇ ਨੇ ਅਤੇ ਕਿਲੇ ਜਿਹੜੇ ਫਤਿਹ ਕਰਦੇ ਨੇ। ਬਿਲਕੁਲ ਜੀ, ਇਹ ਪੰਜਾਬੀਆਂ ਦੇ ਕਿਲੇ ਫਤਿਹ ਹੋਇਆ ਜੇ। ਇਸ ਗੱਲ ਨੂੰ ਵੀ ਆਪਾਂ ਮੱਦੇ ਨਜ਼ਰ ਰੱਖੀਏ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਾਂਗਾ, ਕੁਝ ਯੂਪੀ ਦੇ ਲੋਕ ਨੇ ਸਰਟੀਫਿਕੇਟ ਸਾਹਿਬ ਜਿਹੜੇ ਆਪਣੇ ਆਪ ਦੇ ਉੱਤੇ ਇਹ ਸ਼ਰੇਅ ਲੈਣਾ ਚਾਹੁੰਦੇ ਨੇ, ਉਹ ਲੈਣ ਦੀ ਨਾ ਕੋਸ਼ਿਸ਼ ਕਰਨ। ਇਹ ਮੋਦੀ ਸਾਹਿਬ ਨੇ ਪੰਜਾਬੀਆਂ ਨੂੰ ਹੀ ਸਮਰਪਿਤ ਕੀਤਾ ਵਾ, ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਬਿੱਲਾਂ ਦੀ ਵਾਪਸੀ ਹੋਈ ਆ। ਦੇਖੋ ਕਹਿੰਦੇ ਸ਼ਰਨ ਪਰੇ ਸੋ ਤਰਿਆ, ਜੇ ਕੋਈ ਸ਼ਰਨ 'ਚ ਆ ਗਿਆ ਨਾ ਤੇ ਸਿੱਖ ਕੌਮ ਨੇ ਜਾਂ ਸਾਡੀ ਪੰਜਾਬੀਅਤ ਨੇ ਹਮੇਸ਼ਾ ਗੱਲ ਨਾਲ ਲਾਇਆ। ਬਾਕੀ ਜਿੰਨਾ ਜਿੱਦਣਾ ਬੈਸਣਾ ਉਹ ਤਾਂ ਜਿੰਨੀ ਮਰਜ਼ੀ ਆਪਾਂ ਕਰੀ ਜਾਵਾਂਗੇ, ਇਹਨੂੰ ਭਾਵੇਂ ਸਾਰੀ ਰਾਤ ਤੱਕ ਲੱਗੇ ਰਹੀਏ। ਬਹਿਸ ਨਹੀਂ ਹੈ ਸਾਹਿਬ, ਬਹਿਸ ਨਹੀਂ ਹੈ, ਇਹ ਸੱਚਾਈ ਆ। ਬਹਿਸ ਨਾ ਕਰੀਏ ਨਾ, ਬਹਿਸ ਨਹੀਂ ਹੈ, ਸੱਚਾਈ ਆ। ਤੁਸੀਂ ਵੇਖੋ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਚਲ ਗਏ ਨੇ, ਜਿਨ੍ਹਾਂ ਭੈਣਾਂ ਦੇ ਭਰਾ ਚਲ ਗਏ ਨੇ, ਜਿਨ੍ਹਾਂ ਦੇ ਘਰ ਵਾਲੇ ਚਲ ਗਏ ਨੇ, ਵਾਪਸ ਨਹੀਂ ਆਉਣੇ। ਪਰ ਮੋਦੀ ਸਾਹਿਬ ਨੂੰ ਪੁੱਛੋ ਕਦੀ ਇੱਕ ਵਾਰੀ ਵੀ ਅਫਸੋਸ ਕੀਤਾ ਜੇ, ਕਦੀ ਇੱਕ ਵਾਰੀ ਦੁੱਖ ਕੀਤਾ ਜੇ ਵੀ ਉਹਨਾਂ ਵਾਸਤੇ ਮੈਂ ਕੋਈ ਇਹਨਾਂ ਨੇ ਪੈਸੇ ਲਾਂਚ ਕਰਦਾ ਵਾ, ਕੋਈ ਕਰੋੜਾਂ ਰੁਪਏ ਨਾਮ ਕਰਦਾ, ਲੱਖਾਂ ਰੁਪਏ ਨਾਮ ਕਰਦਾ, ਜਾਂ ਨੌਕਰੀ ਦਾ ਲਾਂਚ ਕਰਦਾ ਵਾ, ਕਦੀ ਕੀਤੀ ਮੋਦੀ ਸਾਹਿਬ ਨੇ ਗੱਲ ਇੱਦਾਂ ਦੀ? ਦੇਖੋ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿ ਰਿਹਾ ਵੀ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਪਰ ਮੈਨੂੰ ਇੱਕ ਗੱਲ ਦਾ ਗਰੇਵਾਲ ਸਾਹਿਬ ਜਵਾਬ ਦਿਓ ਕਿ ਸਾਲਾਨਾ 350 ਤੋਂ ਵੱਧ ਖੁਦਕੁਸ਼ੀਆਂ ਹਰ ਸਾਲ ਕਿਸਾਨਾਂ ਦੀਆਂ ਪੰਜਾਬ 'ਚ ਹੁੰਦੀਆਂ, ਉਹਦੇ ਤੇ ਕੋਈ ਟਿੱਪਣੀ ਕਰਨੀ ਚਾਹੋਗੇ ਕਿ ਉਹ ਖੁਦਕੁਸ਼ੀਆਂ ਦੇ ਪਿੱਛੇ ਮੋਦੀ ਸਾਹਿਬ ਦਾ ਹੱਥ ਹੁੰਦਾ? ਕੀ ਇਹ ਮੇਰੀ ਗੱਲ ਸੁਣੋ ਤੁਸੀਂ, ਇਹ ਨਾ ਬੜੇ ਚੈਨਲ ਨੇ, ਮੈਂ ਸਰਕਾਰੀ ਅੰਕੜੇ ਕਢਾ ਲਓ, 350 ਤੋਂ 400 ਕਿਸਾਨ ਹਰ ਸਾਲ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਰਦਾ ਵਾ। ਅਸੀਂ ਫਿਰ ਉਸੇ ਪੁਰਾਣੀ ਵਿਵਸਥਾ 'ਚ ਹੀ ਆ ਗਏ ਹਾਂ, ਉਹ ਖੁਦਕੁਸ਼ੀਆਂ ਵਾਲੀ ਵਿਵਸਥਾ 'ਚ ਹੀ ਆ ਗਏ ਹਾਂ। ਹੁਣ ਸਾਡੇ ਤੇ ਇੱਕ ਸਵਾਲ ਵੀ ਖੜਾ ਹੋ ਗਿਆ, ਅਸੀਂ ਵਿਵਸਥਾ ਦੇ ਵਾਪਸ ਉਹ ਲੈ ਲਈ ਆ, ਉਹਨਾਂ ਖੁਦਕੁਸ਼ੀਆਂ ਦੀ ਹੁਣ ਕੌਣ ਜ਼ਿੰਮੇਵਾਰੀ ਲਏਗਾ ਕਿ ਉਹਨਾਂ ਖੁਦਕੁਸ਼ੀਆਂ ਨੂੰ ਰੋਕਣ ਦੇ ਕੀ ਮਾਪਦੰਡ ਨੇ? ਸਾਹਿਬ ਨੂੰ ਇਹ ਦੱਸੋ ਵੀ ਜਿਵੇਂ 2022 ਦੀ ਇਲੈਕਸ਼ਨ ਨੇੜੇ ਆ ਰਹੀ ਆ, ਅਸੀਂ ਦੇਖਦੇ ਹਾਂ ਪਹਿਲਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਸਾਬਕਾ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੇ ਜਿਹੜੀ ਆ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਸਹੁੰ ਖਾਧੀ ਗਈ ਸੀ ਨਸ਼ਿਆਂ ਨੂੰ ਲੈ ਕੇ, ਅਤੇ ਜਿਹੜਾ ਕਿਹਾ ਸੀ ਬੇਅਦਬੀ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ। ਪਰ ਹੁਣ ਜਿਹੜਾ ਕਿ ਫਿਰ 2022 ਇਲੈਕਸ਼ਨ ਲੈ ਕੇ ਨਵੀਂ ਜਿਹੜੀ ਆ ਗਈ ਗਰੰਟੀਆਂ ਸ਼ੁਰੂ ਹੋ ਗਈਆਂ ਨੇ, ਠੀਕ ਹੈ, ਕੋਈ ਗਰੰਟੀ ਦੇ ਰਿਹਾ, ਕੋਈ ਤੀਸਰੀ ਗਰੰਟੀ ਦੇ ਰਿਹਾ ਵਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੇਅਦਬੀ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਬਣਿਆ ਵਾ? ਤੁਹਾਡੀ ਸਰਕਾਰ ਆਉਂਦੀ ਹੈ ਤਾਂ ਕਿਸ ਤਰ੍ਹਾਂ ਜਿਹੜੀ ਆ ਇਹ ਨਸ਼ਿਆਂ ਦੇ ਠੱਲ ਪਾਈ ਜਾਊਗੀ? ਸਰ ਇੱਕ ਤੇ ਨਸ਼ਿਆਂ ਤੇ ਠੱਲ ਪਾਈ ਜਾਊਗੀ, ਜਿਹੜੇ ਬੇਦਬੀਆਂ ਦੇ ਉੱਤੇ ਇਹ ਜਿੰਨੀਆਂ ਸਿਆਸੀ ਪਾਰਟੀਆਂ ਨੇ ਸਿਰਫ ਰਾਜਨੀਤੀ ਕਰ ਰਹੀਆਂ ਨੇ, ਇਹ ਇੱਕ ਬੜਾ ਹੀ ਸੰਜੀਦਾ ਮਾਮਲਾ ਆ। ਇਹ ਸਾਡੀ ਕੌਮ ਨਾਲ, ਸਾਡੇ ਧਰਮ ਨਾਲ ਜੁੜਿਆ ਮਾਮਲਾ ਵਾ, ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਦੋਸ਼ੀ ਆ, ਕੋਈ ਵੀ ਐਨੀਬੋਡੀ ABCD XYZ ਕੋਈ ਵੀ ਆ, ਉਹਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਊਗਾ। ਇਸ ਗੱਲ ਦੇ ਤੁਹਾਨੂੰ ਮੈਂ ਪ੍ਰਮਾਣ ਦੇ ਦਿੰਦਾ ਵਾਂ, 35 ਸਾਲ ਕਾਂਗਰਸ ਨੇ
ਸੱਜਣ ਕੁਮਾਰ ਜਾਖੜ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਉਹ ਜੇਲ੍ਹ 'ਚ ਗਿਆ ਜੇ। ਇੱਕ ਲੰਬੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਦੀ ਸਰਕਾਰ ਆਂਦੀ, ਦੁਬਾਰਾ ਕੇਸ ਪੁੱਟਅਪ ਕਰਕੇ ਉਹ ਬੰਦੇ ਅੰਦਰ ਦੇ ਦਿੱਤੇ ਗਏ ਨੇ। ਜੇ 84 ਦੇ ਦੰਗਿਆਂ ਦੇ ਦੋਸ਼ੀ ਅੰਦਰ ਦੇ ਦਿੱਤੇ ਗਏ, ਬੇਦਬੀਆਂ ਵਾਲਾ ਕੋਈ ਬਖਸ਼ਿਆ ਨਹੀਂ ਜਾਏਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਭਾਜਪਾ ਦੇ ਆਗੂ। ਤੁਸੀਂ ਦੇਖਿਆ ਕਿਸ ਤਰ੍ਹਾਂ 2022 ਨੂੰ ਇਲੈਕਸ਼ਨ ਲੈ ਕੇ ਜਿਸ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ, ਉਹਨਾਂ ਕਿਹਾ ਵੀ ਸਾਡੀ ਸਰਕਾਰ ਆਉਂਦੀ ਆ ਪੰਜਾਬ ਵਿੱਚ ਅਤੇ ਬੇਅਦਬੀ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਜਿਹੜੀ ਠੱਲ ਪਾਈ ਜਾਊਗੀ ਅਤੇ ਸਜ਼ਾ ਦਿਵਾਈ ਜਾਊਗੀ ਉਹਨਾਂ ਦੋਸ਼ੀਆਂ ਨੂੰ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।